ਮੈਂ ਦੀ ਤੇ ਝਗੜਿਆਂ ਦੀ ਭੇਂਟ ਚੜ ਜਾਂਦਾ ਤੇ ਸਾਰੀ ਕਾਰਵਾਈ ਗੁੱਲ ਹੋ ਜਾਂਦੀ ਹੈ। ਬੜੀ ਮੁਸ਼ਕਲ ਦੇ ਨਾਲ ਸਰਕਾਰ 6 ਮਹੀਨੇ ਬਾਅਦ 1 2 3 ਦਿਨ ਦਾ ਸੈਸ਼ਨ ਬੁਲਾਉਂਦੀ ਆ ਤੇ ਸਾਡੇ ਜਿਹੜੇ ਵਿਧਾਨਕਾਰ ਆ ਉਹ ਵੀ ਕਿਸੇ ਨਾ ਕਿਸੇ ਹਉਮੈ ਦੇ ਕਰਕੇ ਉਹ ਜਿਹੜਾ ਥੋੜਾ ਜਿਹਾ ਮੌਕਾ ਮਿਲਣਾ ਪੰਜਾਬ ਦੇ ਲੋਕਾਂ ਦੀ ਗੱਲ ਕਰਨਾ ਉਹਨੂੰ ਵੀ ਗਵਾ ਬੈਠਦੇ ਨੇ। ਅੱਜ 7 ਬਿੱਲ ਪਾਸ ਕਰਨੇ ਸੀ ਪੰਜਾਬ ਸਰਕਾਰ ਨੇ, ਜਿਨ੍ਹਾਂ ਵਿੱਚ ਵਿਜੀਲੈਂਸ ਕਮਿਸ਼ਨ ਦਾ ਸਥਾਪਿਤ ਕਰਨਾ, ਜਿਨ੍ਹਾਂ ਵਿੱਚ ਲੈਂਡਲੈਸ ਫਾਰਮਰਸ ਨੂੰ ਪੱਕੇ ਤੌਰ ਤੇ ਜ਼ਮੀਨਾਂ ਦੇਣੀਆਂ, ਜਿਨ੍ਹਾਂ ਵਿੱਚ ਸ਼ੈਡਿਊਲਡ ਟ੍ਰਾਈਬਸ ਦਾ ਨੂੰ ਜ਼ਮੀਨ ਦੇ ਹਕੂਕ ਦੇਣੇ ਔਰ ਇੱਕ ਫੈਕਟਰੀਜ਼ ਨਾਲ ਰਿਲੇਟਡ ਬਿੱਲ ਸੀਗਾ। 7 ਬਿੱਲ ਸੀ ਬੜੇ ਅਹਿਮ, ਲੇਕਿਨ ਸ਼ੁਰੂਆਤ ਦੇ ਵਿੱਚ ਹੀ ਜਿਹੜੇ ਆਮ ਆਦਮੀ ਪਾਰਟੀ ਦਾ ਲੀਡਰ ਆਫ ਆਪੋਜੀਸ਼ਨ ਆ ਇਸ ਨੇ ਬਦਕਲਾਮੀ ਕੀਤੀ ਸਪੀਕਰ ਦੇ ਨਾਲ, ਉਸ ਨੂੰ ਡੈਰੋਗੇਟਰੀ ਵਰਡਸ ਬੋਲੇ, ਜਿਸ ਕਰਕੇ ਸਾਰੇ ਹਾਊਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸ਼ੋਰ ਮਚ ਗਿਆ। ਨਾ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਨੇ ਅੱਜ ਦਾ ਜਿਹੜਾ ਪਲੇਟਫਾਰਮ ਸੀਗਾ, ਕਿਉਂਕਿ ਕੱਲ ਤਾਂ ਸਾਰਾ ਕਿਸਾਨਾਂ ਦੀ ਗੱਲ ਹੋਈ, ਅੱਜ ਪਲੇਟਫਾਰਮ ਸੀਗਾ ਕਿ ਉਹ ਸਾਧੂ ਸਿੰਘ ਧਰਮਸੋਤ ਦੇ ਕਰਪਸ਼ਨ ਸਕੈਂਡਲ ਨੂੰ ਉਠਾ ਸਕਦੇ ਸੀਗੇ, ਨਾ ਉਹਨਾਂ ਨੇ ਉਸ ਦੀ ਕੋਈ ਗੱਲ ਉਠਾਈ ਤੇ ਸਪੀਕਰ ਦੇ ਨਾਲ ਤਕਰਾਰ ਕਰਨ ਤੋਂ ਬਾਅਦ ਸਾਰਾ ਹਾਊਸ ਜਿਹੜਾ ਸੀਗਾ ਉਹ ਸ਼ੋਰ ਵਿੱਚ ਹੀ 7 ਦੇ 7 ਬਿੱਲ ਜਿਹੜੇ ਸੀਗੇ ਉਹ ਸ਼ੋਰ ਗੁੱਲ ਦੇ ਵਿੱਚ ਹੀ ਸਾਰੇ ਬਿੱਲ ਪਾਸ ਕਰ ਦਿੱਤੇ ਗਏ। ਸਰਕਾਰਾਂ ਤਾਂ ਲੱਭਦੀਆਂ ਹੁੰਦੀਆਂ ਓਪਰਚੁਨਿਟੀ ਕਿ ਮੌਕਾ ਦੇਣ ਤੇ ਅਸੀਂ ਆਪਣਾ ਕੰਮ ਜਿਹੜਾ ਨਿਰਵਿਘਨ ਕਰ ਦਈਏ, ਔਰ ਇਹ ਮੌਕਾ ਅੱਜ ਆਮ ਆਦਮੀ ਪਾਰਟੀ ਦੀ ਨਲਾਇਕ ਲੀਡਰਸ਼ਿਪ ਨੇ ਅੱਜ ਇਹ ਮੌਕਾ ਦਿੱਤਾ। ਪੰਜਾਬ ਇਹ ਹੈਗੀ ਆ ਬਿਲਕੁਲ ਸੱਚ ਤੇ ਤੱਥਾਂ ਦੇ ਆਧਾਰਿਤ ਜੋ ਮੈਂ ਸਟੇਟਮੈਂਟ ਦੇ ਰਿਹਾ। ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਮੈਂ ਨੋਟ ਕਰ ਰਿਹਾ ਵਾਂ ਕਿ ਅੰਦਰ ਕੁਝ ਹੋਰ ਕਹਿੰਦੇ ਨੇ ਆਮ ਆਦਮੀ ਪਾਰਟੀ ਦੇ ਲੀਡਰ, ਜ਼ਿੰਮੇਵਾਰ ਬੰਦੇ, MLAs ਔਰ ਲੀਡਰ ਆਫ ਆਪੋਜੀਸ਼ਨ ਜਿਹੜੇ ਵੀ ਇਹਨਾਂ ਦੇ MLAs ਨੇ ਅੰਦਰ। ਕੱਲ ਕਿਉਂਕਿ ਕੋਵਿਡ ਕਰਕੇ ਤੁਸੀਂ ਤਾਂ ਅੰਦਰ ਗੈਲਰੀਜ਼ ਨਹੀਂ ਆ ਸਕੇ, ਮੈਂ ਇਹ ਕਹਿਣਾ ਚਾਹੁੰਦਾ ਕਿ ਕੱਲ ਇਹਨਾਂ ਸਾਰਿਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੇ 3 ਅਮੈਂਡਮੈਂਟਸ ਸੈਂਟਰਲ ਐਕਟ ਦੇ ਮੁਤਲਕ ਰੱਖੀਆਂ, ਮੇਰਾ ਖਿਆਲ ਆ ਇਹਨਾਂ 12 MLAs ਵਿੱਚੋਂ, ਕਿਉਂਕਿ 12 ਹੀ ਨੇ, ਇਹਨਾਂ 12 ਚੋਂ ਮੈਨੂੰ ਲੱਗਦਾ 7 ਕੇ 8 MLAs ਨੂੰ ਬੋਲਣ ਦਾ ਟਾਈਮ ਦਿੱਤਾ ਗਿਆ ਵਾ। ਸਾਰੇ 7 ਦੇ 8 MLAs ਨੇ ਉਹਨਾਂ ਅਮੈਂਡਮੈਂਟਸ ਦੀ ਸਪੋਰਟ ਕੀਤੀ ਆ। ਕੋਈ ਵੀ MLA ਮੈਨੂੰ ਜਿਹੜੇ ਅੱਜ ਇੱਥੇ ਬਾਹਰ ਆਣ ਕੇ ਬੋਲਦੇ ਨੇ, ਇੱਕ ਆਦਮੀ MLA ਕਹਿੰਦੇ ਜਿਹੜਾ ਜਿਸ ਨੇ ਕਿਸੇ ਉਸ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਆਂਦੇ ਗਏ ਕਾਨੂੰਨਾਂ ਦਾ ਕੋਈ ਵਿਰੋਧ ਕੀਤਾ ਹੋਵੇ ਅੰਦਰ, ਬਿਲਕੁਲ ਨਹੀਂ ਕੀਤਾ। ਛੋਟੀਆਂ ਮੋਟੀਆਂ ਸਲਾਹਾਂ ਦਿੱਤੀਆਂ ਕਿ ਜੀ ਇਹਦੇ 'ਚ ਵੀ ਸ਼ਾਮਲ ਕਰ ਲਓ, ਇਹਦੇ 'ਚ ਵੀ ਸ਼ਾਮਲ ਕਰ ਲਓ, ਤੇ ਅੰਦਰ ਰੈਜ਼ੋਲੂਸ਼ਨ ਦੀ ਸਪੋਰਟ ਵੀ ਕੀਤੀ ਆ, ਤੁਸੀਂ ਸਾਰਿਆਂ ਨੇ ਦੇਖਿਆ। ਔਰ ਮਤਾ ਪਾਸ ਕਰਨ ਤੋਂ ਬਾਅਦ ਗਵਰਨਰ ਪੰਜਾਬ ਦੇ ਕੋਲ, ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਚੱਲ ਕੇ ਗਏ ਨੇ ਸਾਰੇ, ਔਰ ਗਵਰਨਰ ਸਾਹਿਬ ਨੂੰ ਉਹ ਜਿਹੜਾ ਕੱਲ ਦੇ ਜਿਹੜੇ ਕਾਨੂੰਨਾਂ ਦੀ ਕਾਪੀ ਦਿੰਦੇ, ਇਹਨਾਂ ਸਾਰਿਆਂ ਦੀਆਂ ਫੋਟੋਆਂ ਨੇ ਉਹਦੇ ਵਿੱਚ। ਤੇ ਚੰਦ ਘੰਟਿਆਂ ਬਾਅਦ ਕੱਲ ਸ਼ਾਮ ਨੂੰ ਸਡਨਲੀ ਦੇ ਰਿਅਲਾਈਜ਼ ਕਿ ਸਾਡੇ ਕੋਲੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਹੈ ਤੇ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਪੋਲੀਟੀਕਲ ਮਾਈਲੇਜ ਨਾ ਲੈ ਜੇ, ਤੇ ਫਿਰ ਉਸ ਗੱਲ ਤੋਂ ਮੁੱਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਕਿ ਜੀ ਇਹਨਾਂ ਵਿੱਚ ਆਹ ਨੁਕਸ ਆ, ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਗੇ, ਇਹਨਾਂ ਵਿੱਚ ਇਦਾਂ ਕਿਸਾਨਾਂ ਦਾ ਭਵਿੱਖ ਇਦਾਂ ਖਰਾਬ ਹੋ ਜਾਏਗਾ। ਅਮਰਿੰਦਰ ਸਿੰਘ ਨੂੰ ਕਿਸਾਨਾਂ ਨੂੰ ਅਪੀਲ ਕਰਨ ਦੀ ਬਜਾਏ ਮੋਦੀ ਨੂੰ ਅਪੀਲ ਕਰਨੀ ਚਾਹੀਦੀ ਆ। ਸਾਰੀਆਂ ਬੇਤੁਕੀਆਂ ਦਲੀਲਾਂ ਤੇ ਗੱਲਾਂ ਨੇ ਮੇਰੇ ਵੀਰੋ। ਅੰਦਰ ਸਦਨ ਵਿੱਚ ਜੋ ਕੁਝ ਹੋਇਆ ਉਹ ਤੁਸੀਂ ਕੱਲ ਪੰਜਾਬ ਭਵਨ ਵਿੱਚ ਥਰੂ ਮੀਡੀਆ ਵੀ ਦੇਖਿਆ। ਇਹਨਾਂ ਸਭ ਨੇ ਯੂਨੈਨਿਮਸਲੀ ਜਿਹੜੇ ਅਮਰਿੰਦਰ ਸਿੰਘ ਨੇ ਬਿੱਲ ਲੈ ਕੇ ਆਏ, ਬਲਕਿ 115 MLAs ਨੂੰ 2 BJP ਦੇ MLAs ਨੇ ਛੱਡ ਕੇ ਅਕਾਲੀ ਦਲ ਨੇ ਵੀ ਸਾਰੇ ਬਿੱਲਸ ਦੀ ਸਪੋਰਟ ਕੀਤੀ, ਔਰ ਰੈਜ਼ੋਲੂਸ਼ਨ ਜਿਹੜਾ ਉਹ ਸਰਬਸੰਮਤੀ ਨਾਲ ਪਾਸ ਹੋਇਆ। ਅਗਰ ਅੱਜ ਬਾਹਰ ਨਿਕਲ ਕੇ ਅਕਾਲੀ ਲੀਡਰ, ਮੈਂ ਵਿਕਰਮ ਮਜੀਠੀਆ ਦਾ ਵੀ ਸੁਣਿਆ ਬਿਆਨ, ਉਹ ਵੀ ਕਹਿੰਦੇ ਕਿ ਬੜਾ ਧੋਖਾ ਹੋ ਗਿਆ ਕਿਸਾਨਾਂ ਦੇ ਨਾਲ। ਇਹਦਾ ਮਤਲਬ ਤੁਸੀਂ ਐਡੇ ਨਲਾਇਕ ਹੋ ਕਿ ਤੁਸੀਂ ਦਿੱਤੇ ਗਏ ਸਮੇਂ ਅਨੁਸਾਰ ਤੁਸੀਂ ਉੱਥੇ ਕੋਈ ਪੁਆਇੰਟ ਆਊਟ ਹੀ ਨਹੀਂ ਕਰ ਸਕੇ ਕਿ ਆਹ ਧੋਖਾ ਹੋ ਰਿਹਾ ਵਾ ਤੇ ਅਸੀਂ ਇਸ ਜਿਹੜਾ ਅਮਰਿੰਦਰ ਦੀਆਂ ਅਮੈਂਡਮੈਂਟਸ ਪੇਸ਼ ਕੀਤੀਆਂ ਜਾ ਰਹੀਆਂ ਇਹਦਾ ਵਿਰੋਧ ਕਰਦੇ ਆ। ਕੋਈ ਇੱਕ ਲਫ਼ਜ਼ ਵਿਧਾਨ ਸਭਾ ਦਾ ਇੱਕ ਸ਼ਬਦ ਰਿਕਾਰਡਡ ਆ, ਔਨ ਰਿਕਾਰਡ ਆ। ਨਾ ਅਕਾਲੀ ਦਲ ਨੇ ਕੋਈ ਵਿਰੋਧ ਕੀਤਾ ਅੰਦਰ। ਸਲਾਹ ਦੇਣੀ ਹੋਰ ਗੱਲ ਹੈ, ਵਿਰੋਧ ਕਰਨਾ, ਵਾਕਆਊਟ ਕਰਨਾ, ਪ੍ਰੋਟੈਸਟ ਕਰਨਾ, ਆਪਣਾ ਡਾਇਸੈਂਟ ਰਿਕਾਰਡ ਕਰਾਉਣਾ ਉਹ ਇੱਕ ਵੱਖਰੀ ਗੱਲ ਆ। ਤੇ ਨਾ ਇਹਨਾਂ ਨੇ ਰੈਜ਼ੋਲੂਸ਼ਨ ਦਾ ਵਿਰੋਧ ਕੀਤਾ ਤੇ ਅਕਾਲੀ ਵੀ ਬੜੇ ਖੁਸ਼ ਭੱਜੇ ਗਵਰਨਰ ਰਾਜ ਭਵਨ ਗਏ ਕੱਲ, ਤੇ ਲੀਡਰ ਆਫ ਆਪੋਜੀਸ਼ਨ ਤੇ ਆਮ ਆਦਮੀ ਪਾਰਟੀ ਦੇ MLAs ਵੀ ਸਾਰੇ ਉੱਥੇ ਗਏ ਹੋਏ ਸੀਗੇ। ਇਸ ਲਈ ਮੈਂ ਸਮਝਦਾ ਇਹ ਫਰਜ਼ੀ ਇਨਕਲਾਬੀ ਜਿਹੜੇ ਨੇ ਨਾ, ਇਹ ਦੋਗਲੀਆਂ ਗੱਲਾਂ ਕਰ ਰਹੇ ਨੇ, ਔਰ ਮੈਨੂੰ ਅੱਜ ਕਹਿਣ ਵਿੱਚ ਕੋਈ ਅਫਸੋਸ ਨਹੀਂਗਾ
ਇਹ ਸਾਰੀ ਥੀਏਟਰਿਕਸ ਦੀ ਪੋਲਿਟਿਕਸ ਕਰ ਰਹੇ ਨੇ। ਆ 2-3 ਦਿਨ ਪਹਿਲਾਂ ਸਦਨ ਦੇ ਅੰਦਰ ਜਾ ਕੇ ਸੌਣ ਦਾ ਕੀ ਮਤਲਬ ਸੀ, ਦੱਸੋ ਜ਼ਰਾ ਕੀ ਮਤਲਬ ਸੀਗਾ? ਕੀ ਪ੍ਰੋਟੈਸਟ ਕਰ ਰਹੇ ਸੀਗੇ? ਆਖੇ ਜੀ ਸਾਨੂੰ ਬਿੱਲਾਂ ਦੀ ਕਾਪੀ ਨਹੀਂ ਦਿੱਤੀ ਗਈ। ਤੇ ਕੱਲ ਸਵੇਰ ਦੀ ਗੱਲ ਹੈ, ਕੱਲ ਸਵੇਰੇ ਬੜੇ ਸੋਹਣੇ ਘਰੋਂ ਨਹਾ ਧੋ ਕੇ ਆਣ ਕੇ ਮੁੜ ਕੇ ਫੇਰ ਬਹਿ ਗਏ ਕਿ ਇਹਨਾਂ ਨੂੰ ਬਿੱਲਾਂ ਦੀ ਕਾਪੀ ਦੇ ਦਿੱਤੀ ਗਈ ਸੀਗੀ। ਔਰ ਗਵਰਨਮੈਂਟ ਨੇ ਐਕਸਪਲੇਨ ਕੀਤਾ ਕਿ ਇਹ ਐਮਰਜੈਂਟ ਸੈਸ਼ਨ ਹੈ। ਅਸੀਂ ਕੈਪਟਨ ਅਮਰਿੰਦਰ ਸਿੰਘ ਨੇ ਜੋ ਉੱਥੇ ਔਨ ਰਿਕਾਰਡ ਕਿਹਾ, ਉਹਨਾਂ ਨੇ ਕਿਹਾ ਅੱਜ ਸਵੇਰੇ 9:30 ਵਜੇ ਮੈਂ ਬਿੱਲ ਸਾਈਨ ਕਰਕੇ ਤੇ ਆਇਆ ਵਾਂ, ਤੇ ਮੈਂ ਤੁਹਾਨੂੰ ਉਹ ਤੋਂ ਪਹਿਲਾਂ ਕਿੱਦਾਂ ਦੇ ਦਿੰਦਾ ਜਦੋਂ ਤੱਕ ਮੇਰੇ ਉਹਦੇ ਤੇ ਸਿਗਨੇਚਰ ਨਹੀਂ ਸੀ ਹੋਏ। ਤੇ ਫਿਰ ਬੜੇ ਸੋਹਣੇ ਨਹਾ ਧੋ ਕੇ ਉਸੇ ਹੀ ਤਨਖਾਹ ਤੇ ਕੰਮ ਕਰਨ ਵਾਸਤੇ ਕੱਲ ਉੱਥੇ ਬੈਠ ਗਏ। ਦੇਰਫੋਰ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹ ਲੋਕ ਤੁਹਾਨੂੰ ਗੁੰਮਰਾਹ ਕਰ ਰਹੇ ਨੇ। ਠੀਕ ਹੈ, ਸਰਕਾਰਾਂ ਜਿਹੜੀਆਂ ਨੇ ਉਹਦੇ 'ਚ ਕੋਈ ਸ਼ੱਕ ਨਹੀਂਗਾ ਕਿ ਕਾਂਗਰਸੀ ਸਰਕਾਰ ਪਿਛਲੇ ਪੌਣੇ 4 ਸਾਲ ਵਿੱਚ ਕਿਸਾਨਾਂ ਮੁੱਦਿਆਂ ਦੇ ਉੱਤੇ ਬੁਰੀ ਤਰ੍ਹਾਂ ਫੇਲ ਹੋਈ ਆ, ਬੇਰੁਜ਼ਗਾਰੀ ਤੇ ਬੁਰੀ ਤਰ੍ਹਾਂ ਫੇਲ ਹੋਈ ਆ, ਨਸ਼ਿਆਂ ਦੇ ਮਾਮਲੇ ਦੇ ਉੱਤੇ ਬੁਰੀ ਤਰ੍ਹਾਂ ਫੇਲ ਹੋਈ ਆ, ਭ੍ਰਿਸ਼ਟਾਚਾਰ ਨੂੰ ਕੰਟਰੋਲ ਕਰਨ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਆ। ਉਹਨਾਂ ਦੇ ਮਿਨਿਸਟਰਸ ਸਾਧੂ ਸਿੰਘ ਧਰਮਸੋਤ ਤੇ ਰਾਣਾ ਗੁਰਜੀਤ ਸਿੰਘ ਵਰਗੇ ਨੰਗੇ ਚਿੱਟੇ ਦਿਨ ਦਿਹਾੜੇ ਕਰਪਸ਼ਨ ਕਰਦੇ 100% ਕਰੈਕਟ। ਬਟ ਕੀ ਇੱਕ ਮੇਜਰ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਸਿਰਫ ਨਟੰਕੀ ਕਰੇਗੀ? ਜਾ ਕੇ ਉੱਥੇ ਪੁੰਜੇ ਸੌ ਕੇ ਲੋਕਾਂ ਨੂੰ ਕੀ ਦਿਖਾਉਣਾ ਚਾਹੁੰਦੇ ਨੇ ਕਿ ਅਸੀਂ ਬਹੁਤ ਜਿਹੜਾ ਕੰਮ ਕਰਨ ਵਾਲਾ ਸੀ ਕੱਲ ਉਹ ਕੀਤਾ ਨਹੀਂ, ਜਿਹੜੀ ਗੱਲ ਅੰਦਰ ਕਰਨੀ ਹੁੰਦੀ ਉਹ ਕਰਦੇ ਨਹੀਂਗੇ। ਇਸ ਲਈ ਮੈਂ ਇਹਨਾਂ ਨੂੰ ਇਸ ਕਰਕੇ ਫਰਜ਼ੀ ਇਨਕਲਾਬੀ ਕਹਿਣਾ। ਔਰ ਅੱਜ ਜਿਹੜਾ ਤਕਰਾਰ ਹੋਇਆ ਤੇ ਸਪੀਕਰ ਤੇ ਕਾਂਗਰਸ ਪਾਰਟੀ ਨੇ ਕਿਹਾ ਕਿ ਜਿਹੜੇ ਤੁਸੀਂ ਅਪਸ਼ਬਦ ਬੋਲੇ ਨੇ ਸਪੀਕਰ ਦੇ ਖਿਲਾਫ, ਤੁਸੀਂ ਇਹ ਮਾਫੀ ਮੰਗੋ ਤੇ ਅਸੀਂ ਪ੍ਰੋਸੀਡਿੰਗ ਚੱਲਣ ਜਾਵਾਂਗੇ। ਭਈ ਜੇ ਅਰਵਿੰਦ ਕੇਜਰੀਵਾਲ ਬਿਕਰਮ ਮਜੀਠੀਆ ਤੋਂ ਨਸ਼ੇ ਦੇ ਮਾਮਲੇ ਤੇ ਮਾਫੀ ਮੰਗ ਸਕਦਾ ਵਾ, ਤੇ ਮੈਂ ਉਹਨਾਂ ਨੂੰ ਜਾਂਦੇ ਐਮਐਲਏ ਨੂੰ ਜਦੋਂ ਤੁਰੇ ਜਾਂਦੇ ਸੀ ਰੌਲਾ ਪਾਉਂਦੇ ਸੀ, ਮੈਂ ਕਿਹਾ ਯਾਰ ਤੁਸੀਂ ਕੇਜਰੀਵਾਲ ਨਾਲੋਂ ਤਾਂ ਨਹੀਂ ਵੱਡੇ। ਜੇ ਤੁਹਾਡਾ ਬੌਸ ਬਿਕਰਮ ਮਜੀਠੀਏ ਤੋਂ ਨਸ਼ੇ ਦੇ ਮਾਮਲੇ ਤੇ ਮਾਫੀ ਮੰਗ ਸਕਦਾ, ਤੁਸੀਂ ਵੀ ਮੰਗ ਲਓ। ਘੱਟੋ ਘੱਟ ਸਦਨ ਦੀ ਕਾਰਵਾਈ ਤਾਂ ਚੱਲਣ ਦਿਓ। ਇਸ ਲਈ ਮੈਂ ਇਹਨਾਂ ਨੂੰ ਫਰਜ਼ੀ ਇਨਕਲਾਬੀਆਂ ਦਾ ਨਾਮ ਅੱਜ ਦਿੱਤਾ ਵਾ। ਔਰ ਮੈਨੂੰ ਪਤਾ ਵਾ ਕਿ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਪੇਡ ਬੰਦੇ ਦਿੱਲੀ ਸਰਕਾਰ ਦੇ ਬੈਠੇ ਨੇ। 100 ਵਾਰ ਖਿਲਾਫ ਲਿਖ ਲਓ, 100 ਵਾਰ ਭੱਦੀ ਭਾਸ਼ਾ ਲਿਖ ਲਓ, ਲੇਕਿਨ ਜੋ ਸੱਚ ਆ ਜਿਹੜਾ ਸੂਰਜ ਆ, ਇਹਨੂੰ ਹੁਣ ਮੈਂ ਥੋੜਾ ਕਹਿ ਸਕਦਾ ਕਿ ਰਾਤ ਹੋਈ ਤੇ ਚੰਦ ਆ ਜੀ। ਇਹ ਸੱਚ ਹੀ ਰਹਿਣਾ ਵਾ। ਤੇ ਸੱਚ ਇਹ ਆ ਕਿ ਕੱਲ ਇਹਨਾਂ ਨੇ ਅੰਦਰ ਅਮਰਿੰਦਰ ਸਿੰਘ ਦੀ ਪੂਰੇ ਸੋਲੇ ਪੜੇ, ਪੂਰੀ ਉਹਦੀ ਸਪੋਰਟ ਕੀਤੀ, ਗਵਰਨਰ ਰਾਜ ਭਵਨ ਤੱਕ ਗਏ। ਉਹ ਤਾਂ ਮੈਂ ਨਹੀਂ ਗਿਆ ਉੱਥੇ, ਮੈਨੂੰ ਪਤਾ ਸੀਗਾ ਕਿ ਕੱਲ ਨੂੰ ਅਸੀਂ ਕਿਸਾਨਾਂ ਨਾਲ ਗੱਲ ਕਰਨੀ ਹੈ। ਸਾਨੂੰ ਪਤਾ ਵਾ ਕਿ ਕਿਸਾਨਾਂ ਨੇ ਪਤਾ ਨਹੀਂ ਹਲੇ ਇਹ ਸਾਰਾ ਸੰਘਰਸ਼ ਜਿਹੜਾ ਵਾ ਉਹ ਉਠਾਉਣਾ ਕਿ ਨਹੀਂ ਉਠਾਉਣਾ। ਅਸੀਂ ਕਿਸਾਨਾਂ ਨਾਲ ਜਿਹੜਾ ਫੈਸਲਾ ਲੈਣਗੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕਰਾਂਗੇ। ਮੈਂ ਸ਼ੁਰੂ ਤੋਂ ਕਹਿ ਰਿਹਾ ਕਿ ਪੋਲੀਟੀਕਲ ਪਾਰਟੀਆਂ ਨੂੰ ਆਪਣੇ ਝੰਡੇ ਡਾਊਨ ਕਰਕੇ ਤੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ। ਇਸ ਲਈ ਇਹ ਸਭ ਕੁਝ ਮੈਂ ਅੱਜ ਦੱਸਣਾ ਆਪਣਾ ਫਰਜ਼ ਵੀ ਸਮਝਿਆ। ਖਹਿਰਾ ਸਾਹਿਬ ਇੱਥੇ ਤਰਕ ਦੇ ਕੇ ਗਏ ਨੇ, ਉਹ ਕਹਿੰਦੇ ਵੀ ਅਸੀਂ ਸਿਰਫ ਇੱਕ ਸਿੰਬੋਲਿਕ ਮੈਸੇਜ ਦੇਣਾ ਸੀ ਕੇਂਦਰ ਦੀ ਸਰਕਾਰ ਨੂੰ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਇਕੱਠੇ ਹਾਂ, ਇਸ ਕਰਕੇ ਅਸੀਂ ਕੱਲ ਗਵਰਨਰ ਹਾਊਸ ਗਏ। ਤੇ ਫਿਰ ਹੁਣ ਰੋਂਦੇ ਕਿਉਂ ਬਾਹਰ? ਫਿਰ ਅੰਦਰ ਤੁਸੀਂ ਕਹਿੰਦੇ ਆ ਕਿ ਸਿੰਬੋਲਿਕ ਮੈਸੇਜ, ਇਹਦਾ ਮਤਲਬ ਤੁਸੀਂ ਉਹੀ ਮੈਂ ਕਹਿੰਦਾ ਦੋਗਲੇ ਚਿਹਰੇ, ਹਾਈਟ ਆਫ ਹਿਪੋਕ੍ਰੇਸੀ। ਅੰਦਰ ਕੁਝ ਹੋਰ, ਬਾਹਰ ਕਿਉਂਕਿ ਕੈਮਰਿਆਂ 'ਚ ਲੋਕਾਂ ਨੇ ਦੇਖਣਾ, ਬਾਹਰ ਕੁਝ ਹੋਰ। ਇਹ ਉਹਨਾਂ ਦੀ ਬਿਲਕੁਲ ਜਿਹੜੀ ਬੇਤੁਕੀ ਦਲੀਲ ਹੈ। ਮੇਰੇ ਹਿਸਾਬ ਦੇ ਨਾਲ ਦੇ ਡਿਡ ਨਾਟ ਅੰਡਰਸਟੈਂਡ ਦੀ ਕੋਰ ਇਸ਼ੂ। ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਅਮੈਂਡਮੈਂਟਸ ਕੀ ਆ ਰਹੀਆਂ ਨੇ। ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਇਹ ਸਿਰਫ ਰੂਲਿੰਗ ਪਾਰਟੀ ਦੇ ਜਲਾਓ ਤੇ ਉਹਦੇ ਪ੍ਰੈਸ਼ਰ ਵਿੱਚ ਆਣ ਕੇ ਸਾਰਾ ਕੁਝ ਜਿਹੜਾ ਉਹਨਾਂ ਦੀ ਸਪੋਰਟ ਕਰ ਗਏ। ਔਰ ਮੈਂ ਪੰਜਾਬ ਦੇ ਕਿਸਾਨਾਂ ਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਦੇਖੋ 73 ਸਾਲ ਦੀ ਆਜ਼ਾਦੀ ਤੋਂ ਬਾਅਦ ਆਪਾਂ ਦੇਖ ਲਈਏ, ਇਹਦੇ 'ਚ ਆਪਾਂ ਨੂੰ ਲੱਭਿਆ ਕੁਛ ਨਹੀਂਗਾ। ਮਾਫ ਕਰਨਾ, ਆ ਜਿਹੜਾ ਅੱਜ ਮੋਦੀ ਸਾਹਿਬ ਦੀ ਸਰਕਾਰ ਨੇ ਦੇਖੋ ਕਿੱਥੇ ਲਿਆ ਕੇ ਖੜੇ ਕਰਤੇ ਕਿਸਾਨ। ਅਸੀਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਨ ਨੂੰ ਨਹੀਂ ਮੰਗ ਰਹੇ। ਅਸੀਂ ਜਿਹੜੇ ਵੱਡੇ ਸਾਡੇ ਗੁੰਝਲਦਾਰ ਇਸ਼ੂਜ਼ ਆ ਅਸੀਂ ਉਹ ਨਹੀਂ ਕਹਿ ਰਹੇ। ਹੁਣ ਕਿਸਾਨ ਪੰਜਾਬ ਦੇ ਕੀ ਕਹਿ ਰਹੇ ਨੇ, ਦੇਖੋ ਕਿੱਡੇ ਭੋਲੇ ਨੇ। ਉਹ ਕਹਿੰਦੇ ਜੀ ਜਿਹੜੀ ਐਮਐਸਪੀ ਦੀ ਪ੍ਰਣਾਲੀ ਸਾਨੂੰ 1 ਲੱਖ ਕਰੋੜ ਦੀ ਕਰਜ਼ਈ ਕਰ ਗਈ ਤੇ ਸਾਨੂੰ ਆਤਮ ਹੱਤਿਆ ਤੇ ਕਰ ਗਈ, ਸਾਨੂੰ ਉਹੀ ਐਮਐਸਪੀ ਦੇ ਦਿਓ। ਇਹ ਦੋਨੋਂ ਭੋਲੇ ਬੰਦੇ ਸਾਰੇ ਦੇਸ਼ ਦਾ ਅਨਾਜ ਦਾ ਢਿੱਡ ਭਰਿਆ। ਇਹ ਮੋਦੀ ਸਾਹਿਬ ਦੀ ਇੱਕ ਗਿਣ ਮਿੱਥ ਕੇ ਸਾਜ਼ਿਸ਼ ਸੀਗੀ ਕਿ ਇਦਾਂ ਦੇ ਕਾਨੂੰਨ ਪਾਸ ਕਰੋ ਤਾਂ ਕਿ ਪੰਜਾਬ ਦੇ ਕਿਸਾਨ ਦਾ ਇੱਕ ਵਾਰੀ ਮੁਕੰਮਲ ਤੌਰ ਤੇ ਲੱਕ ਤੋੜ ਦਿਓ। ਔਰ ਇਹਦਾ ਡਟ ਕੇ ਜਿੰਨਾ ਵੀ ਅਪੋਜ਼ ਕਿਸਾਨ ਕਰਨਗੇ, ਚਾਹੇ ਉਹ ਰੇਲਾਂ ਤੇ ਬੈਠੇ ਅਸੀਂ ਉਹਨਾਂ ਦੇ ਨਾਲ ਆ, ਚਾਹੇ ਉਹ ਸੜਕਾਂ ਤੇ ਬੈਠਣਗੇ ਅਸੀਂ ਨਾਲ ਆ, ਚਾਹੇ ਉਹ 30 ਜਥੇਬੰਦੀਆਂ ਦਾ ਮੋਰਚਾ ਅਸੀਂ ਨਾਲ ਹੈ ਤੇ ਚਾਹੇ ਉਹ ਸ਼ੰਭੂ ਦਾ ਮੋਰਚਾ ਅਸੀਂ ਉਹਨਾਂ ਦੀ ਮਦਦ ਕਰਾਂਗੇ। ਆਮ ਆਦਮੀ ਪਾਰਟੀ ਨੇ ਅੱਜ ਗੱਲ ਆਖੀ ਹੈ ਕਿ ਐਮਐਸਪੀ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਨੂੰ ਸ਼ੋਰ ਕਰਨੀ ਚਾਹੀਦੀ ਹੈ, ਤੇ ਜੇ ਉਹਨਾਂ ਨੇ ਇਹ ਵੀ ਗੱਲ ਆਖੀ ਜੇ ਸਾਡੀ ਸਰਕਾਰ ਆਉਂਦੀ ਹੈ ਤੇ ਅਸੀਂ ਇਹ ਕੰਮ ਕਰਕੇ ਦਿਖਾ ਸਕਦੇ ਹਾਂ। ਕਿਹਦੀ ਸਰਕਾਰ ਆਉਂਦੀ ਹੈ ਪੰਜਾਬ ਦੇ ਵਿੱਚ? ਆਮ ਆਦਮੀ ਪਾਰਟੀ ਦੀ। ਜਦੋਂ ਲੋਕਾਂ ਨੇ ਮੌਕਾ ਦਿੱਤਾ ਉਦੋਂ ਇਹਨਾਂ ਦੇ ਹੈਂਕੜ ਨੇ ਸਾਰੀ ਪਾਰਟੀ ਦਾ ਬਣਿਆ ਬਣਾਇਆ ਜਿਹੜਾ ਮੌਕਾ ਸੀ ਉਹ ਗਵਾਤਾ। ਕਿਸੇ ਆਦਮੀ ਨੂੰ ਪ੍ਰੋਜੈਕਟ ਨਹੀਂ ਕਰਨ ਦਿੱਤਾ। ਫੂਲਕਾ ਸਾਹਿਬ ਨੂੰ ਬਣਾ ਦਿੰਦੇ, ਆ ਚਲੋ ਭਗਵੰਤ ਨੂੰ ਹੀ ਦੇ ਦਿੰਦੇ ਮੌਕਾ।
ਉਦੋਂ ਤਾਂ ਇਹ ਮੌਕਾ ਗਵਾ ਚੁੱਕੇ ਨੇ ਕਿ ਇਹਨਾਂ ਦੀ ਸਰਕਾਰ ਹੋਣੀ ਹੈ। ਇਹਨਾਂ ਦੀ ਤਾਂ ਜੇ ਇਹ ਅਗਲੀ ਵਾਰ ਆਪਣੀਆਂ ਸੀਟਾਂ ਬਚਾ ਜਾਣ ਤੇ ਇੱਕ ਦੋ ਬੰਦੇ ਸਾਰੇ ਪੰਜਾਬ ਦੀ ਅਸੈਂਬਲੀ 'ਚ ਭੇਜ ਦੇਣ। ਅਸਲ ਜਿਹੜੀ ਗੱਲ ਅੱਜ ਇਹ ਹੈ, ਦੇ ਹੈਵ ਲੋਸਟ ਅ ਗੋਲਡਨ ਓਪਰਚੁਨਿਟੀ। ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਸਿਰਫ ਹਰ ਵਕਤ ਫੋਟੋ ਖਿਚਾਉਣ ਦੀ ਰਾਜਨੀਤੀ ਵਿੱਚ ਪਏ ਹੋਏ ਨੇ। ਔਰ ਮੈਂ ਕਿੱਥੇ ਕਹਿਣਾ ਚਾਹੁੰਦਾ ਕਿ ਚਲੋ ਅਮਰਿੰਦਰ ਸਿੰਘ ਨੇ ਜੀ ਬਹੁਤ ਮਾੜਾ ਕੰਮ ਕੀਤਾ ਜੀ, ਉਹਨੇ ਐ ਕਰਤਾ, ਕਾਨੂੰਨ ਉਹ ਕਰਤੇ। ਕੇਜਰੀਵਾਲ ਨੂੰ ਹੀ ਮਨਾ ਲੈਣ ਕਿ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰ ਦੇਵੇ ਇੱਦਾਂ ਹੀ। ਚਲੋ ਉਹਨਾਂ ਜਿਹੜੇ ਕਾਨੂੰਨ ਇਹ ਕਹਿੰਦੇ ਨੇ ਕਿ ਕਿਉਂਕਿ ਦਿੱਲੀ ਵਿੱਚ ਵੀ ਕਿਸਾਨ ਆ, ਦਿੱਲੀ 'ਚ ਕਹਿੰਦੇ ਜੀ ਅਸੀਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਅਨੁਸਾਰ ਅਸੀਂ 2600 ਰੁਪਏ ਕੁਇੰਟਲ ਕਣਕ ਦਾ ਦੇ ਰਹੇ ਹਾਂ। ਇਹਦਾ ਮਤਲਬ ਕਿਸਾਨ ਤੇ ਜ਼ਮੀਨ ਦਿੱਲੀ ਵਿੱਚ ਹੈਗੀ ਹੈ ਨਾ। ਤੇ ਕੇਜਰੀਵਾਲ ਤੋਂ ਠੀਕ ਕਰਾ ਲੈਣ ਕਿ MSP ਜਿਹੜੀ ਆ ਜਿੱਦਾਂ ਇਹ ਚਾਹੁੰਦੇ ਸੀ, ਉਹ ਅਮੈਂਡਮੈਂਟ ਤੇ ਉਹ ਕਾਨੂੰਨ ਕੇਜਰੀਵਾਲ ਕੋਲੋਂ ਦਿੱਲੀ 'ਚ ਪਾਸ ਕਰਾ ਲੈਣ ਤੇ ਨਾਲ ਇੱਕ ਮਤਾ ਪਾ ਦੇਣ, ਮੋਦੀ ਦੀ ਸਰਕਾਰ ਨੂੰ ਕੰਡੈਮ ਕਰ ਦੇਣ ਤੇ 3 ਕਾਲੇ ਕਾਨੂੰਨਾਂ ਨੂੰ ਰਿਜੈਕਟ ਕਰ ਦੇਣ। ਮੰਨ ਜੂੰਗਾ ਮੈਂ ਕਿ ਇਹ ਇਨਕਲਾਬ ਜਿਹੜਾ ਇਹਨਾਂ ਦੇ ਮਨ ਵਿੱਚ ਆ, ਵਾਕਈ ਇਹਦੇ 'ਚ ਕੋਈ ਜਾਨ ਵੀ ਹੈਗੀ ਹੈ। ਤੇ ਜੇ ਆਪਾਂ ਸਿਰਫ ਦੂਜਿਆਂ ਨੂੰ ਕੰਡੈਮ ਕਰਨਾ ਵਾ ਤੇ ਅੰਦਰ ਕੁਝ ਕਰਨਾ ਵਾ ਤੇ ਬਾਹਰ ਝੂਠ ਬੋਲਣਾ, ਨਥਿੰਗ ਕੈਨ ਬੀ ਅਚੀਵਡ ਲਾਈਕ ਦਿਸ। ਹਾਂਜੀ, ਆਪਣਾ PM ਮੋਦੀ ਦਾ ਹੁਣੇ ਟਵੀਟ ਆਇਆ ਕਿ ਮੈਨੂੰ ਪਤਾ ਲੱਗਿਆ ਕਿ ਪੰਜਾਬ ਵਿਧਾਨ ਸਭਾ ਨੇ ਖੇਤੀ ਕਾਨੂੰਨ ਨੂੰ ਲੈ ਕੇ ਸਾਡੇ ਖਿਲਾਫ ਮਤਾ ਪਾਸ ਕੀਤਾ ਹੈ ਤੇ ਅਸੀਂ ਇਸ ਦੀ ਜੋ ਆਇਆ ਇਸ ਨੂੰ ਭੋਗ ਕੇ ਅਸੀਂ ਕਿਸਾਨਾਂ ਦੇ ਹਿੱਤ 'ਚ ਕਾਰਵਾਈ ਕਰਾਂਗੇ। ਮੋਦੀ ਦੇ ਟਵੀਟ ਨੂੰ ਕਿਵੇਂ ਦੇਖੋ, ਗੱਲ ਇਹ ਹੈਗੀ ਆ ਕਿ ਜੋ ਕੁਝ ਪੰਜਾਬ ਦੇ ਵਿੱਚ ਹੋਇਆ, ਵਿਧਾਨ ਸਭਾ ਆਈ ਜਾਂ ਕਿਸਾਨਾਂ ਨੂੰ ਦਿੱਲੀ ਵਿੱਚ ਇੱਕ ਭਾਵੇਂ ਫਰਜ਼ੀ ਤਰੀਕੇ ਨਾਲ ਬੁਲਾਇਆ ਗਿਆ, ਉਹ ਸਾਰਾ ਕਿਸਾਨ ਅੰਦੋਲਨ ਦਾ ਪ੍ਰੈਸ਼ਰ ਆ ਵੀ ਜਿਹੜੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਣਾ ਪਿਆ ਨਾ ਵਿਧਾਨ ਸਭਾ ਦਾ ਸੈਸ਼ਨ, ਇਹ ਕਿਸਾਨਾਂ ਦੇ ਸੰਘਰਸ਼ ਦਾ ਪ੍ਰੈਸ਼ਰ ਆ। ਇਸ ਲਈ ਅਸੀਂ ਤਾਂ ਚਾਹੁੰਦੇ ਹਾਂ ਕਿ ਮੋਦੀ ਸਾਹਿਬ ਅਗਰ ਵਾਕਈ ਹੀ ਡੈਮੋਕ੍ਰੇਸੀ ਵਿੱਚ ਯਕੀਨ ਰੱਖਦੇ ਆ ਤੇ ਜਦੋਂ ਸਾਰਾ ਸੂਬਾ ਹਾਹਾਕਾਰ ਮਚਾ ਰਿਹਾ ਕਿ ਸਾਨੂੰ ਕਾਨੂੰਨ ਨਹੀਂ ਚਾਹੀਦੇ, ਤੇ ਮੈਂ ਤਾਂ ਇੱਕ ਸੁਖਾਲਾ ਰਾਹ ਇਹ ਵੀ ਦੱਸਿਆ ਸੀਗਾ ਕਿ ਆਰਟੀਕਲ 371 ਕਨਸਟੀਟਿਊਸ਼ਨ ਦਾ ਪ੍ਰੋਵਾਈਡ ਕਰਦਾ ਕਿ ਤੁਸੀਂ ਇਹ ਪੰਜਾਬ ਨੂੰ ਇਹਨਾਂ ਕਾਲੇ ਕਾਨੂੰਨਾਂ ਤੋਂ ਐਗਜ਼ੈਂਪਟ ਕਰ ਦਿਓ। ਅੱਜ ਤੋਂ ਸਾਲ ਪਹਿਲਾਂ 370 ਜੰਮੂ ਕਸ਼ਮੀਰ ਨੂੰ ਪ੍ਰੋਟੈਕਸ਼ਨ ਦਿੰਦਾ ਸੀ, ਉਹ BJP ਨੇ ਖਤਮ ਕਰਤੀ। ਅੱਜ ਵੀ 371 ਕਨਸਟੀਟਿਊਸ਼ਨ ਦੀ ਧਾਰਾ ਅਨੁਸਾਰ 10 ਸਟੇਟਸ ਗੁਜਰਾਤ, ਮਹਾਰਾਸ਼ਟਰ ਔਰ ਗੋਆ ਤੇ 10 ਸੂਬਿਆਂ ਦੇ ਕੋਲ ਸਪੈਸ਼ਲ ਪ੍ਰੋਟੈਕਸ਼ਨ ਹੈ ਅੰਡਰ ਆਰਟੀਕਲ 371 ਆਫ ਦ ਕਨਸਟੀਟਿਊਸ਼ਨ। ਤੇ ਮੋਦੀ ਸਾਹਿਬ ਨੂੰ ਚਾਹੀਦਾ ਕਿ ਪੰਜਾਬ ਦੇ ਲੋਕਾਂ ਨੂੰ ਬਖਸ਼ ਦੇਣ। ਪੰਜਾਬ ਦਾ ਕਿਸਾਨ ਪਹਿਲਾਂ ਹੀ ਬਹੁਤ ਰਗੜਿਆ ਹੋਇਆ ਵਾ, ਬਹੁਤ ਵੱਡੇ ਪੱਧਰ ਤੇ ਕਰਜ਼ਈ ਤੇ ਆਤਮ ਹੱਤਿਆ ਕਰ ਰਿਹਾ ਵਾ। ਤੁਸੀਂ ਉਹਨੂੰ ਇਨਾਮ ਦੇਣ ਦੀ ਬਜਾਏ, ਜਦੋਂ ਦੇਸ਼ ਦਾ ਅਨਾਜ ਦਾ ਭੰਡਾਰ ਭਰਨਾ ਸੀ ਉਦੋਂ ਕਿਸਾਨ ਚੰਗਾ ਸੀਗਾ, ਉਹਨੂੰ ਇਨਾਮ ਦੇਣ ਦੀ ਬਜਾਏ ਤੁਸੀਂ ਉਹਨੂੰ ਸਜ਼ਾ ਦੇ ਰਹੇ ਹੋ। ਇਸ ਕਰਕੇ ਇਹ ਜੋ ਕੁਝ ਵਿਧਾਨ ਸਭਾ 'ਚ ਹੋਇਆ ਨਾ, ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਦੇਖੋ ਓਨੈਸਟਲੀ ਸਪੀਕਿੰਗ ਇਹਦਾ ਸ਼ਾਇਦ ਲੀਗਲੀ ਇਹ ਬਹੁਤ ਕੋਈ ਸਕਰੂਟਨੀ ਸਟੈਂਡ ਨਾ ਕਰ ਸਕੇ, ਮੰਨ ਲਿਆ ਜਿਹੜੇ ਕਾਨੂੰਨ ਬਣਾਏ ਨੇ। ਪਰ ਇੱਕ ਗੱਲ ਤਾਂ ਮੰਨਣ ਨੂੰ ਕਿ ਇਹ ਇੱਕ ਪੋਲੀਟੀਕਲ ਸੁਨੇਹਾ ਦਿੱਤਾ ਦਿੱਲੀ ਦੇ ਤਖਤ ਨੂੰ ਕਿ ਪੰਜਾਬ ਦੇ 3.25 ਕਰੋੜ ਆਬਾਦੀ ਦੇ ਜਿਹੜੇ ਨੁਮਾਇੰਦੇ ਨੇ, ਅਸੀਂ ਇੱਕ ਥਾਂ ਤੇ ਇੱਕ ਮੁੱਠ ਕਿਸਾਨਾਂ ਦੇ ਨਾਲ ਖੜੇ ਹਾਂ। ਇਹ ਤਾਂ ਸੁਨੇਹਾ ਦੇਣਾ ਕੋਈ ਮਾੜੀ ਗੱਲ ਨਹੀਂ ਸੀਗੀ। ਔਰ ਅਮਰਿੰਦਰ ਸਿੰਘ ਨੇ ਜਿਹੜਾ ਟਰਮੀਨੇਸ਼ਨ ਆਫ ਵਾਟਰਸ ਐਗਰੀਮੈਂਟ ਐਕਟ ਪਾਸ ਕੀਤਾ ਸੀਗਾ 2004 'ਚ, ਲੀਗਲੀ ਤਾਂ ਉਹ ਵੀ ਟੈਂਜੀਬਲ ਨਹੀਂ ਸੀਗਾ ਕਿਉਂਕਿ ਇੱਥੋਂ ਪਾਸ ਕੀਤਾ, ਪ੍ਰੈਜ਼ੀਡੈਂਟ ਨੇ ਉਹਨੂੰ ਚੱਕ ਕੇ ਸੁਪਰੀਮ ਕੋਰਟ ਭੇਜਤਾ। ਉਹ ਸਾਨੂੰ ਪਤਾ ਵਾ ਕਿ ਇਹ ਫੈਸਲਾ SYL ਦਾ ਸਾਡੇ ਉਲਟ ਹੋਣਾ ਵਾ, ਪਰ 15-16 ਸਾਲ ਦਾ ਵਕਫਾ ਇਸ ਕਾਨੂੰਨ ਨੇ ਬਣਾਏ ਹੋਏ ਨੇ ਕੱਢ ਦਿੱਤਾ। ਸੋ ਦੇਅਰਫੋਰ ਆਈ ਫੀਲ ਕਿ ਇਹ ਜਿਹੜਾ ਕੰਮ ਕੱਲ ਵਿਧਾਨ ਸਭਾ 'ਚ ਹੋਇਆ, ਉਹਦੇ 'ਚ ਆਮ ਆਦਮੀ ਨੂੰ ਤੇ ਅਕਾਲੀਆਂ ਨੂੰ ਮੁੱਕਰਨਾ ਨਹੀਂ ਚਾਹੀਦਾ। ਤੁਸੀਂ ਜਦੋਂ ਮੁੱਕਰੋਗੇ, ਤੁਸੀਂ ਮੋਦੀ ਨੂੰ ਸੁਨੇਹਾ ਦੇ ਰਹੇ ਹੋ ਕਿ ਅਸੀਂ ਪਾਟੇ ਹੋਏ ਹਾਂ ਸਾਰੇ। ਇੱਕ ਵਾਰ ਜੋ ਮਤਾ ਪਾਸ ਕਰਤਾ ਉਹਦੇ ਨਾਲ ਖੜੇ ਰਹੋ ਔਰ ਪੂਰਾ ਪ੍ਰੈਸ਼ਰ ਬਿਲਡ ਕਰੋ। ਔਰ ਮੈਂ ਅੱਜ ਵੀ, ਅਸੀਂ ਕੱਲ ਵੀ ਮੈਂ ਕਿਹਾ ਸੀ ਔਨ ਦ ਫਲੋਰ ਆਫ ਦਾ ਹਾਊਸ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ, ਕਿਉਂਕਿ ਉਹਨਾਂ ਨੇ ਇੱਕ ਲੀਡ ਲਈ ਹੈ, ਇੱਕ ਮਤਾ ਪਾਸ ਕੀਤਾ, ਦੈਟ ਇਜ਼ ਨਾਟ ਇਨਫ। ਹਲੇ ਤਾਂ ਲੜਾਈ ਦਾ ਬਿਗਲ ਵੱਜਿਆ ਵਾ ਤੇ ਇਹਨਾਂ ਨੂੰ ਇੱਕ ਸਾਰੀ ਇਲੈਕਟਿਡ ਰਿਪਰੈਜ਼ੈਂਟੇਟਿਵ, ਸਾਰੇ ਪੰਜਾਬ ਦੇ MLA, ਸਾਰੇ ਪੰਜਾਬ ਦੇ MPਆਂ ਨੂੰ ਲੈ ਕੇ ਮੋਦੀ ਦੇ ਘਰ ਦੇ ਬਾਹਰ ਧਰਨੇ ਤੇ ਬਹਿਣਾ ਚਾਹੀਦਾ ਵਾ ਤਾਂ ਕਿ ਇਸ ਸੰਘਰਸ਼ ਨੂੰ ਹੋਰ ਅਗਲੇ ਪੜਾਅ ਦੇ ਵਿੱਚ ਲਿਜਾਇਆ ਜਾ ਸਕੇ। ਖੈਰ ਸਾਹਿਬ, ਕਿਸਾਨਾਂ ਨੂੰ ਰੇਲਾਂ ਤੋਂ ਧਰਨਾ ਚੁੱਕਣ ਦੀ ਅਪੀਲ ਕੀਤੀ ਹੈ ਪੰਜਾਬ ਸਰਕਾਰ ਨੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ। ਤੁਹਾਨੂੰ ਕੀ ਲੱਗਦਾ ਕਿ ਧਰਨੇ ਚੁੱਕਣੇ ਚਾਹੀਦੇ? ਦੇਖੋ, ਇਸ ਤਰ੍ਹਾਂ ਵਾ ਕਿ ਉਹਨਾਂ ਨੇ ਡੈਫੀਨੇਟਲੀ ਕੁਝ ਆਰਥਿਕ ਜਿਹੜੇ ਸਿਚੁਏਸ਼ਨ ਸਾਈਟ ਕੀਤੀ। ਉਹਨਾਂ ਨੇ ਕਿਹਾ, ਜੋ ਮੈਂ ਸੁਣਿਆ, ਕਿ 40,000 ਕਰੋੜ ਰੁਪਏ ਦਾ ਘਾਟਾ ਪੰਜਾਬ ਸਰਕਾਰ ਨੂੰ ਕੋਵਿਡ ਦੇ ਕਾਰਨਾਂ ਕਰਕੇ ਇਸ ਵਿੱਤੀ ਵਰ੍ਹੇ ਵਿੱਚ ਪਿਆ ਵਾ। ਤੇ ਹੁਣ ਉਹਨਾਂ ਨੇ ਕਿਹਾ ਕਿ ਜਿਹੜੇ ਸਾਡਾ ਕੋਲੇ ਦਾ ਸਟਾਕ ਮੁੱਕ ਰਿਹਾ ਵਾ, ਜੋ ਉਹਨਾਂ ਨੇ ਕਿਹਾ ਮੈਂ ਕਹਿ ਰਿਹਾ ਵਾ, ਜਾਂ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਫਰਟੀਲਾਈਜ਼ਰ ਸਟਾਕ ਮੁੱਕ ਰਿਹਾ ਵਾ, ਜਾਂ ਐਟਸੈਟਰਾ। ਦੇਖੋ, ਗੱਲ ਇਹ ਹੈਗੀ ਆ ਕਿ ਇਹ ਜਿਹੜਾ ਇਸ ਦਾ ਹੱਲ ਹੈ ਨਾ, ਇਹ ਸੰਘਰਸ਼ 'ਚੋਂ ਨਿਕਲਣਾ ਵਾ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੇ ਮਰਜ਼ੀ ਅਨੁਕੂਲ ਚੱਲਣਾ ਚਾਹੀਦਾ ਵਾ। ਜੇ ਉਹ ਕਹਿਣ ਕਿ ਨਹੀਂ ਚੱਕਣਾ ਤੇ ਅਮਰਿੰਦਰ ਸਿੰਘ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ, ਕਿਉਂਕਿ ਜੋ ਕੁਝ ਨਿਕਲਣਾ ਹੈ ਇਸ ਸੰਘਰਸ਼ 'ਚੋਂ ਨਿਕਲਣਾ ਵਾ। ਫਰਜ਼ੀ ਗੱਲਾਂ 'ਚੋਂ ਤੇ ਆ ਜਿਹੜੇ ਥੀਏਟਰਿਕਸ ਤੇ ਡਰਾਮੇਬਾਜ਼ੀ ਚੱਲ ਰਹੀ, ਪੋਲੀਟਿਕਿੰਗ, ਇਹਦੇ ਨਾਲ ਕੁਝ ਨਹੀਂ ਨਿਕਲਣਾ। ਇਸ ਕਰਕੇ ਮੈਂ ਤਾਂ ਇਹ ਸਮਝੂੰਗਾ ਕਿ ਫੈਸਲਾ ਕਿਸਾਨ ਜਥੇਬੰਦੀਆਂ ਤੇ ਮੁਨੱਸਰ ਆ ਕਿ ਉਹਨਾਂ ਨੇ ਕੀ ਕਰਨਾ ਵਾ। ਅਗਰ ਉਹ ਕਹਿੰਦੇ ਆ ਕਿ
ਔਰ ਵੈਸੇ ਮੈਂ ਜਿੰਨਾ ਕੁ ਸੁਣਿਆ ਕਿ ਕਿਸਾਨ ਜਿਹੜੇ ਨੇ ਉਹ ਹਮੇਸ਼ਾ ਪੀਸਫੁਲੀ ਡੈਮੋਨਸਟ੍ਰੇਟ ਕੀਤਾ ਉਹਨਾਂ ਨੇ ਅੱਜ ਤੱਕ, ਉਹਨਾਂ ਨੇ ਕੋਈ ਖਲਲ ਨਹੀਂ ਪਾਇਆ ਕਿਸੇ ਗੱਲ ਵਿੱਚ। ਔਰ ਮੈਂ ਤਾਂ ਇਹ ਵੀ ਸੁਣਿਆ ਉਹਨਾਂ ਤੋਂ ਕਿ ਅਗਰ ਟ੍ਰੇਨ ਤੁਸੀਂ ਲੈ ਆਓ ਪੰਜਾਬ ਦੇ ਬਾਰਡਰ ਤੇ ਖਾਦ ਦੀ ਤੇ ਕੋਲੇ ਦੀ, ਅਸੀਂ ਲੰਘਾ ਦੇਵਾਂਗੇ, ਤੇ ਜੇ ਮਗਰ ਹਰਿਆਣਾ ਹੀ ਬੰਦ ਹੈ ਤੇ ਫਿਰ ਇਕੱਲੇ ਪੰਜਾਬ ਦੇ ਕਿਸਾਨ ਕੀ ਕਰ ਲੈਣਗੇ। ਸੋ ਇਹ ਗੱਲਾਂ ਸਾਰੀਆਂ ਸੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।